ਸਤਿ ਸ਼੍ਰੀ ਅਕਾਲ ਦੋਸਤੋ। ਕਿਤਾਬ ਵਿਆਖਿਆ ਵਿਸ਼ਲੇਸ਼ਣ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਦਾ ਨਾਮ ਬੇਵਫਾਈ। ਅਖਬਾਰ ਵਿੱਚ ਖਬਰ ਛਪਦੀ ਹੈ ਕਿ ਪਤੀ ਨੇ ਆਪਣੀ ਪਤਨੀ ਦੇ ਚਾਲ ਚੱਲਣ ਉੱਤੇ ਸ਼ੱਕ ਕਾਰਨ ਉਸ ਨੂੰ ਜਾਨੋਂ ਮਾਰ ਦਿੱਤਾ ਹੈ। ਅਜਿਹੀਆਂ ਘਟਨਾਵਾਂ ਦੀ ਨਾ ਕੇਵਲ ਗਿਣਤੀ ਹੀ ਵੱਧ ਰਹੀ ਹੈ, ਸਗੋਂ ਪਤਨੀ ਦੇ ਚਾਲ ਚੱਲਣ ਉੱਤੇ ਸ਼ੱਕ ਦੇ ਕਾਰਨਾਂ ਵਿੱਚ ਵੀ ਢੇਰ ਵਾਧਾ ਹੋ ਰਿਹਾ ਹੈ। ਪੁਰਸ਼ ਪ੍ਰਧਾਨ ਸਮਾਜ ਵਿੱਚ ਬੇਵਫਾਈ ਦੇ ਮਾਪਤੋਲ ਪੁਰਸ਼ਾਂ ਲਈ ਹੋਰ ਅਤੇ ਔਰਤਾਂ ਲਈ ਹੋਰ ਹੁੰਦੇ ਹਨ। ਪੁਰਸ਼ ਨੂੰ ਆਪਣੀ ਬੇਵਫਾਈ ਨੂੰ ਜਾਇਜ਼ ਠਹਿਰਾਉਣ ਲਈ ਕਈ ਢੰਗ ਅਪਣਾਉਣ ਦਾ ਮੌਕਾ ਮਿਲਦਾ ਰਿਹਾ ਹੈ। ਜਿਵੇਂ ਉਦਾਹਰਣ ਵਜੋਂ ਬਹੁ ਵਿਆਹ ਪ੍ਰਥਾ ਅਸਲ ਵਿੱਚ ਪਹਿਲੀ ਪਤਨੀ ਪ੍ਰਤੀ ਬੇਵਫਾਈ ਦਾ ਹੀ ਸਨਮਾਨਿਤ ਰੂਪ ਬਣੀ ਰਹੀ ਹੈ। ਪਤੀ ਤਾਂ ਬੇਵਫਾ ਹੁੰਦੇ ਹੀ ਆਏ ਹਨ। ਜੇਕਰ ਕੁਝ ਪਤੀ ਇਹ ਫੜ ਮਾਰਨ ਕਿ ਉਹ ਕਦੀ ਵੀ ਬੇਵਫਾ ਨਹੀਂ ਹੋਏ, ਤਾਂ ਅਸਲੀਅਤ ਇਹ ਹੁੰਦੀ ਹੈ ਕਿ ਉਹਨਾਂ ਨੂੰ ਬੇਵਫਾਈ ਦਾ ਅਵਸਰ ਹੀ ਨਹੀਂ ਮਿਲਿਆ ਅਤੇ ਉਹ ਆਪਣੀ ਹਾਰ ਨੂੰ ਉਹ ਗੁਣ ਬਣਾ ਕੇ ਪੇਸ਼ ਕਰ ਰਹੇ ਹਨ। ਵਾਲ ਰੰਗਣ, ਵਧੇਰੇ ਸੱਜਣ ਫੱਬਣ, ਸ਼ਰਾਬ ਪੀਣ ਆਦਿ ਪਿੱਛੇ ਬਹੁਤ ਹਾਲਤਾਂ ਵਿੱਚ ਇੱਛਾ ਕਿਸੇ ਨਾਲ ਇਸ਼ਕ ਕਰਨ ਦੀ ਹੀ ਹੁੰਦੀ ਹੈ। 40 ਤੋਂ ਉੱਤੇ ਬਹੁਤੇ ਪਤੀਆਂ ਅਤੇ ਪਤਨੀਆਂ ਨੂੰ ਗਿਆਨ ਹੋ ਜਾਂਦਾ ਹੈ ਕਿ ਉਹ ਇਸ਼ਕ ਕਰਨ ਦੀ ਉਮਰ ਲੰਘਾ ਚੁੱਕੇ ਹਨ। ਇਸੇ ਕਾਰਨ ਉਹਨਾਂ ਦੀ ਸ਼ਖਸੀਅਤ ਵਿੱਚ ਟਿਕਾਓ ਆ ਜਾਂਦਾ ਹੈ। ਇਵੇਂ ਵੀ ਕਿਹਾ ਜਾ ਸਕਦਾ ਹੈ ਕਿ ਘਰੇਲੂ ਸਮੱਸਿਆਵਾਂ ਉਹਨਾਂ ਨੂੰ ਇਸ ਹੱਦ ਤੱਕ ਘੇਰ ਲੈਂਦੀਆਂ ਹਨ ਕਿ ਪਿਆਰ, ਇਸ਼ਕ, ਮੁਹੱਬਤ ਆਦਿ ਦੇ ਸੰਕਲਪ ਆਪਣਾ ਰੰਗ ਰੂਪ ਤੇ ਖਿੱਚ ਗਵਾ ਬੈਠਦੇ ਹਨ ਅਤੇ ਉਹਨਾਂ ਦੀ ਗੱਲਬਾਤ ਵਿੱਚ ਫਰਜ਼, ਚਰਿੱਤਰ, ਇਮਾਨਦਾਰੀ, ਮਿਹਨਤ ਆਦਿ ਸ਼ਬਦਾਂ ਦੀ ਭਰਮਾਰ ਹੋ ਜਾਂਦੀ ਹੈ। ਜਿਉਂ-ਜਿਉਂ ਔਰਤਾਂ ਨੂੰ ਵਿੱਦਿਆ ਪ੍ਰਾਪਤੀ ਅਤੇ ਨੌਕਰੀ ਕਰਨ ਦੇ ਅਵਸਰ ਵੱਧ ਮਿਲਣ ਲੱਗ ਪਏ ਹਨ, ਉਹਨਾਂ ਦੇ ਪੁਰਸ਼ਾਂ ਨਾਲ ਦਫ਼ਤਰਾਂ, ਸਕੂਲਾਂ, ਹਸਪਤਾਲਾਂ ਆਦਿ ਵਿੱਚ ਵਿਚਰਨ ਅਰਥਾਤ ਪੁਰਸ਼ਾਂ ਦੇ ਸੰਪਰਕ ਵਿੱਚ ਆਉਣ ਦੀਆਂ ਸੰਭਾਵਨਾਵਾਂ ਉਜਾਗਰ ਹੋਈਆਂ ਹਨ। ਚੋਰੀ ਛਿਪੇ ਸਿਗਰਟ ਅਤੇ ਸ਼ਰਾਬ ਆਦਿ ਪੀਣ ਦੀਆਂ ਰੁਚੀਆਂ ਵੀ ਔਰਤਾਂ ਵਿੱਚ ਵੱਧ ਰਹੀ ਹੈ। ਮਨੋਵਿਗਿਆਨਕ ਤੌਰ 'ਤੇ ਔਰਤਾਂ ਵਿੱਚ ਉਪਰੋਕਤ ਹਰਕਤਾਂ ਪਿੱਛੇ ਭਾਵਨਾ ਪੁਰਸ਼ ਖੇਤਰਾਂ ਦੇ ਰਹੱਸ ਨੂੰ ਜਾਣਨਾ ਹੁੰਦੀ ਹੈ। ਪੁਰਸ਼ ਖੇਤਰਾਂ ਵਿੱਚ ਭਰਮਣ ਕਰਨ ਦੀ ਇੱਛਾ ਵਾਲੀਆਂ ਔਰਤਾਂ ਵਿੱਚ ਪੁਰਸ਼ਾਂ ਵਾਲੇ ਸ਼ੌਂਕ ਵੀ ਜਾਗ ਰਹੇ ਹਨ ਅਤੇ ਸਰੀਰਕ ਰਿਸ਼ਤਿਆਂ ਵਿੱਚ ਖੁੱਲ੍ਹਾਂ ਪ੍ਰਾਪਤ ਕਰਨ ਦੀ ਇੱਛਾ ਵੀ ਬਲਵਾਨ ਹੋ ਰਹੀ ਹੈ। ਖਿਡਾਰਨ ਔਰਤਾਂ ਵਿੱਚ ਉਪਰੋਕਤ ਰੁਚੀ ਆਮ ਵੇਖੀ ਜਾ ਸਕਦੀ ਹੈ। ਟੈਕਨੋਲੋਜੀ ਨਾਲ ਸਾਡੇ ਸਮਾਜਿਕ ਜੀਵਨ ਵਿੱਚ ਤੇਜ਼ੀ ਆਈ ਹੈ ਅਤੇ ਪਰੰਪਰਾਵਾਦੀ ਕਦਰਾਂ ਕੀਮਤਾਂ ਦੀ ਥਾਂ ਅਸੀਂ ਨਵੀਨਤਾ ਅਪਣਾਉਣ ਅਤੇ ਆਧੁਨਿਕ ਲੱਗਣ ਦੀ ਲਾਲਸਾ ਦਾ ਸ਼ਿਕਾਰ ਹੋ ਰਹੇ ਹਾਂ। ਪੁਰਸ਼ਾਂ ਵਾਂਗ ਔਰਤਾਂ ਉੱਤੇ ਵੀ ਅਜਿਹੇ ਪ੍ਰਭਾਵ ਪ੍ਰਤੱਖ ਹਨ। ਨਤੀਜੇ ਵਜੋਂ ਸਰੀਰਕ ਰਿਸ਼ਤਿਆਂ ਸੰਬੰਧੀ ਔਰਤਾਂ ਦਾ ਦ੍ਰਿਸ਼ਟੀਕੋਣ ਕੱਟੜਵਾਦੀ ਨਾ ਰਹਿ ਕੇ ਸਥਿਤੀ ਅਤੇ ਸਮੇਂ ਦੀ ਲੋੜ ਅਨੁਸਾਰ ਲਚਕਦਾਰ ਬਣਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਪੜ੍ਹੀਆਂ ਲਿਖੀਆਂ ਲੜਕੀਆਂ ਵਿੱਚੋਂ ਵੱਡੀ ਗਿਣਤੀ ਵਿਆਹ ਤੋਂ ਪਹਿਲਾਂ ਪੁਰਸ਼ਾਂ ਨਾਲ ਸਰੀਰਕ ਸੰਬੰਧ ਸਥਾਪਿਤ ਕਰਨ ਨੂੰ ਆਪਣੀ ਪ੍ਰਾਪਤੀ ਸਮਝਣ ਲੱਗ ਪਈਆਂ ਹਨ ਅਤੇ ਜਿਸ ਨੂੰ ਇਹ ਸੁਵਿਧਾ ਪ੍ਰਾਪਤ ਨਹੀਂ ਹੁੰਦੀ, ਉਸ ਨੂੰ ਆਪਣੇ ਵਿੱਚ ਕੋਈ ਘਾਟ ਹੋਣ ਦਾ ਸੰਸਾ ਖਾਂਦਾ ਰਹਿੰਦਾ ਹੈ। ਉਪਰੋਕਤ ਰੁਚੀ ਪਿੱਛੇ ਭਾਵਨਾ ਮਾਨਤਾ ਪ੍ਰਾਪਤੀ ਦੀ ਹੁੰਦੀ ਹੈ, ਪਰੰਤੂ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਪੜ੍ਹੀਆਂ ਲਿਖੀਆਂ ਔਰਤਾਂ ਵਿੱਚ ਅਨਪੜ੍ਹ ਔਰਤਾਂ ਦੇ ਮੁਕਾਬਲੇ ਮਾਨਤਾ ਪ੍ਰਾਪਤੀ ਦੀ ਭੁੱਖ ਵਧੇਰੇ ਹੁੰਦੀ ਹੈ। ਉਪਰੋਕਤ ਤਬਦੀਲੀ ਦਾ ਇਹ ਕਾਰਨ ਇਹ ਵੀ ਹੈ ਕਿ ਵਿਅਕਤੀਗਤ ਤੌਰ 'ਤੇ ਵਿਆਹ ਬਾਰੇ ਦ੍ਰਿਸ਼ਟੀਕੋਣ ਹੀ ਬਦਲ ਗਏ ਹਨ। ਜ਼ਿੰਮੇਵਾਰੀ, ਕੰਮ, ਨਿਤਾ ਪ੍ਰਤੀ ਦੀਆਂ ਸਮੱਸਿਆਵਾਂ, ਵਿਆਹੁਤਾ ਜੀਵਨ ਦੀ ਕੋਹਲੂ ਵਾਂਗ ਇੱਕੋ ਗੇੜ ਵਿੱਚ ਚੱਲਦੀ ਜ਼ਿੰਦਗੀ, ਬੱਚਿਆਂ ਦੀਆਂ ਸਮੱਸਿਆਵਾਂ ਅਤੇ ਘਰ ਵਿਚਲੇ ਦੂਜੇ ਵਿਅਕਤੀਆਂ ਦੀਆਂ ਸਮੱਸਿਆਵਾਂ ਵਿੱਚ ਪਤੀ ਅਤੇ ਪਤਨੀ ਕੁਝ ਇਸ ਤਰ੍ਹਾਂ ਉਲਝ ਜਾਂਦੇ ਹਨ ਕਿ ਵਿਆਹੁਤਾ ਜੀਵਨ ਸੰਬੰਧੀ ਉਸਾਰੇ ਸੁਪਨੇ ਵਿਆਹ ਉਪਰੰਤ ਕੁਝ ਸਾਲਾਂ ਵਿੱਚ ਹੀ ਢਹਿ ਢੇਰੀ ਹੋ ਜਾਂਦੇ ਹਨ। ਉਪਰੋਕਤ ਕਾਰਨਾਂ ਕਾਰਨ ਉਪਜੀ ਝੁੰਝਲਾਹਟ ਅਤੇ ਬੋਰੀਅਤ ਤੋਂ ਖਹਿੜਾ ਛਡਾਉਣ ਦਾ ਕੰਮ ਟਪਾਊ ਉਪਰਾਲਾ ਘਰੋਂ ਬਾਹਰ ਸੰਬੰਧਾਂ ਦੀ ਭਾਵਨਾ ਵਿੱਚ ਪ੍ਰਗਟ ਹੁੰਦਾ ਹੈ, ਜਿਸ ਨੂੰ ਦੂਜੇ ਸ਼ਬਦਾਂ ਵਿੱਚ ਬੇਵਫਾਈ ਵੀ ਕਿਹਾ ਜਾਂਦਾ ਹੈ। ਅਜਿਹਾ ਇਸ਼ਕ ਇਸ ਕਰਕੇ ਖਿੱਚ ਪਾਉਂਦਾ ਹੈ ਕਿਉਂਕਿ ਇਸ ਨਾਲ ਕਿਸੇ ਪ੍ਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਜੁੜੀ ਹੁੰਦੀ ਅਤੇ ਘਰੇਲੂ ਰਿਸ਼ਤੇ ਦੇ ਵਿਪਰੀਤ ਇਸ਼ਕ ਵਿੱਚ ਔਰਤ ਨੂੰ ਬਰਾਬਰੀ ਦਾ ਦਰਜਾ ਵੀ ਮਿਲਦਾ ਹੈ। ਪਤਨੀਆਂ ਵਿੱਚ ਬੇਵਫਾਈ ਦੀ ਭਾਵਨਾ ਉਪਜਣ ਦੇ ਕਈ ਕਾਰਨ ਹਨ, ਜਿਵੇਂ ਪਤੀ ਦਾ ਦੁਰਵਿਵਹਾਰ, ਪਤੀ ਤੋਂ ਮਾਨਸਿਕ ਤਸੱਲੀ ਦੀ ਘਾਟ ਆਦਿ। ਕਈ ਵਾਰੀ ਨਵੀਨਤਾ ਦੇ ਅਭਿਲਾਸ਼ੀ ਦੋਵੇਂ ਪੜ੍ਹੇ ਲਿਖੇ ਪਤੀ ਅਤੇ ਪਤਨੀ ਇੱਕ ਦੂਜੇ ਤੋਂ ਉਦਾਸੀਨ ਵੀ ਹੋ ਜਾਂਦੇ ਹਨ। ਇਸ ਸਥਿਤੀ ਵਿੱਚ ਦੋਵੇਂ ਧਿਰਾਂ ਕਈ ਵਾਰੀ ਸਹਿਮਤੀ ਅਤੇ ਸਮਝੌਤੇ ਨਾਲ ਅਤੇ ਆਮ ਕਰਕੇ ਚੋਰੀ ਛੁਪੇ ਬੇਵਫਾਈ ਦੇ ਰਾਹ ਪੈ ਜਾਂਦੀਆਂ ਹਨ। ਸੱਚ ਤਾਂ ਇਹ ਹੈ ਕਿ ਬੇਵਫਾਈ ਦਾ ਸੰਕਲਪ ਹੀ ਬਦਲ ਗਿਆ ਹੈ। ਇਵੇਂ ਵੀ ਕਿਹਾ ਜਾ ਸਕਦਾ ਹੈ ਕਿ ਬੇਵਫਾਈ ਸਮਾਜਿਕ ਰਿਸ਼ਤਿਆਂ ਪ੍ਰਤੀ ਹੁੰਦੀ ਹੈ ਅਤੇ ਬੇਵਫਾਈ ਦਾ ਉਦੇਸ਼ ਮਨ ਇੱਛਤ ਰਿਸ਼ਤੇ ਉਸਾਰਨ ਦੀ ਲਾਲਸਾ ਹੁੰਦੀ ਹੈ। ਆਪਣੀ ਇਸ ਇੱਛਾ ਨੂੰ ਦੋਵੇਂ ਧਿਰਾਂ ਆਪਣੇ ਆਪਣੇ ਢੰਗ ਨਾਲ ਜਾਇਜ਼ ਠਹਿਰਾਉਂਦੀਆਂ ਹਨ।
ਸਿਧਾਂਤਕ ਤੌਰ ਉੱਤੇ ਹਰ ਪਤਨੀ ਬੇਵਫਾਈ ਦੇ ਵਿਰੁੱਧ ਹੁੰਦੀ ਹੈ, ਪਰ ਹਾਲਾਤ ਦੇ ਵਸ ਜਿਹੜੀਆਂ ਪਤਨੀਆਂ ਇਸ ਰਾਹ ਤੁਰਦੀਆਂ ਹਨ ਉਹਨਾਂ ਨੂੰ ਦੋਸ਼ ਭਾਵਨਾ ਜਾਂ ਪਾਪ ਦੋਸ਼ ਹਰ ਸਮੇਂ ਸਤਾਉਂਦਾ ਹੈ, ਪਰ ਹੌਲੀ ਹੌਲੀ ਉਹ ਆਪਣੇ ਵਰਤਾਰੇ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰਦੀਆਂ ਹਨ। ਜਿਹੜੀਆਂ ਇਹ ਕੁਝ ਨਹੀਂ ਕਰ ਸਕਦੀਆਂ ਉਹ ਬੇਵਫਾਈ ਦੇ ਹਰ ਪਲ ਉਲਝਦੇ ਜਕੜ ਜਾਲ ਵਿੱਚੋਂ ਨਿਕਲਣ ਦਾ ਨਿਸਫਲ ਯਤਨ ਕਰਦੀਆਂ ਹਨ। ਕਮਾਈ ਨਾ ਕਰਨ ਵਾਲੀਆਂ ਪਤਨੀਆਂ ਜਦੋਂ ਆਪਣੇ ਪਤੀ ਦੀ ਬੇਵਫਾਈ ਨੂੰ ਆਪਣੀਆਂ ਅੱਖਾਂ ਨਾਲ ਵੇਖ ਲੈਣ ਤਾਂ ਉਹ ਹਰ ਪ੍ਰਕਾਰ ਦਾ ਰੋਸ ਤਾਂ ਕਰਦੀਆਂ ਹੀ ਹਨ, ਪਰ ਆਪਣੀ ਨਿਰਭਰਤਾ ਵਾਲੀ ਸਥਿਤੀ ਕਾਰਨ ਤਲਾਕ ਦੇਣ ਤੱਕ ਘੱਟ ਹੀ ਜਾਂਦੀਆਂ ਹਨ। ਪਰ ਜੇ ਪਤੀ ਆਪਣੀ ਪਤਨੀ ਦੀ ਬੇਵਫਾਈ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਵੇ ਤਾਂ ਆਪਸੀ ਰਿਸ਼ਤੇ ਦਾ ਉਸੇ ਪਲ ਭੋਗ ਪੈ ਜਾਂਦਾ ਹੈ। ਕਾਮ ਸੰਭੋਗ ਵਿੱਚ ਅਤ੍ਰਿਪਤ ਪਤਨੀ ਵਿੱਚ ਖੋਜ ਕਰਨ ਦੀ ਜਗਿਆਸਾ ਅਧੀਨ ਉਸ ਵਿੱਚ ਦੂਜੇ ਮਰਦਾਂ ਦੇ ਸੰਪਰਕ ਵਿੱਚ ਆਉਣ ਦੀ ਇੱਛਾ ਜਾਗਦੀ ਹੈ। ਆਮ ਹਾਲਤਾਂ ਵਿੱਚ ਤਾਂ ਇਹ ਲੋੜ ਘਰ ਵਿੱਚ ਹੀ ਹੈ ਜਾਂ ਨੇੜੇ ਦੀ ਰਿਸ਼ਤੇਦਾਰੀ ਵਿੱਚ ਹੀ ਪੂਰੀ ਹੋ ਜਾਂਦੀ ਹੈ, ਪਰ ਪਤੀ ਦੀ ਲੰਮੀ ਗੈਰ ਹਾਜ਼ਰੀ ਵਿੱਚ ਕਿਸੇ ਵੀ ਪ੍ਰਕਾਰ ਦਾ ਕੰਮ ਟਪਾਊ ਰਿਸ਼ਤਾ ਸੰਭਵ ਹੁੰਦਾ ਹੈ। ਪਤੀ ਦੀ ਵਾਪਸੀ ਉੱਤੇ ਪਤਨੀ ਦਾ ਠੰਡਾ ਵਿਹਾਰ ਪਤੀ ਵਿੱਚ ਅਨੇਕਾਂ ਪ੍ਰਕਾਰ ਦੇ ਸ਼ੱਕ ਉਪਜਾਉਂਦਾ ਹੈ ਅਤੇ ਕਈ ਵਾਰ ਇਹੀ ਵਿਹਾਰ ਆਤਮਘਾਤ ਜਾਂ ਬਦਲੇ ਜਾਂ ਕਤਲ ਦਾ ਕਾਰਨ ਬਣਦਾ ਹੈ। ਅਤ੍ਰਿਪਤ ਅਕੇਵਾਂ ਅਤੇ ਇਕੱਲਤਾ ਬੇਵਫਾਈ ਦਾ ਆਧਾਰ ਹੁੰਦੇ ਹਨ। ਪਤੀ ਪਤਨੀ ਦੋਵਾਂ ਵਿੱਚ ਬੇਵਫਾਈ ਦੀ ਭਾਵਨਾ ਵੀ ਉਪਰੋਕਤ ਕਾਰਨਾਂ ਕਰਕੇ ਹੀ ਉਪਜਦੀ ਹੈ। ਇਹ ਹੈਰਾਨੀ ਭਰੀ ਸੱਚਾਈ ਹੈ ਕਿ ਬਹੁਤੀਆਂ ਪਤਨੀਆਂ ਦੀ ਬੇਵਫਾਈ ਪਿੱਛੇ ਭਾਵਨਾ ਵਿਆਹ ਨੂੰ ਬਣਾਈ ਰੱਖਣ ਦੀ ਹੁੰਦੀ ਹੈ। ਉਹ ਆਪਣੀ ਬੇਵਫਾਈ ਨੂੰ ਕੁਝ ਇਸ ਤਰ੍ਹਾਂ ਵਿਉਂਤਦੀਆਂ ਹਨ ਕਿ ਵਿਆਹੁਤਾ ਜੀਵਨ ਵੀ ਜਿਵੇਂ ਕਿਵੇਂ ਚੱਲਦਾ ਰਹੇ, ਜਿਸ ਦਾ ਆਮ ਕਰਕੇ ਮੁੱਖ ਕਾਰਨ ਬੱਚੇ ਹੁੰਦੇ ਹਨ। ਕਿਸੇ ਬਿਮਾਰੀ ਜਾਂ ਹੋਰ ਕਾਰਨਾਂ ਕਰਕੇ ਸਰੀਰਕ ਤੌਰ ਉੱਤੇ ਆਪਣੇ ਪਤੀ ਨੂੰ ਸੰਤੁਸ਼ਟ ਕਰਨ ਤੋਂ ਅਸਮਰੱਥ ਪਤਨੀ ਚੁੱਪ ਰੂਪ ਵਿੱਚ ਪਤੀ ਨੂੰ ਆਪਣੀ ਸੰਤੁਸ਼ਟੀ ਦੇ ਹੋਰ ਸਾਧਨ ਲੱਭਣ ਦੀ ਆਗਿਆ ਦਿੰਦੀ ਹੈ, ਪਰ ਪਤਨੀ ਨੂੰ ਪਤੀ ਕਦੀ ਵੀ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦਾ। ਕਈ ਵਾਰੀ ਅਣਗਹਿਲੀ ਦਾ ਸ਼ਿਕਾਰ ਜਾਂ ਕਿਸੇ ਵੀ ਹੋਰ ਕਾਰਨ ਪੀੜਤ ਪਤਨੀ ਪਤੀ ਪ੍ਰਤੀ ਬਦਲੇ ਦੀ ਇੱਕਮਾਤਰ ਭਾਵਨਾ ਨਾਲ ਵੀ ਬੇਵਫਾਈ ਕਰਦੀ ਹੈ। ਅਜਿਹੀਆਂ ਪਤਨੀਆਂ ਨੂੰ ਬਦਲੇ ਦੀ ਖੋਟੀ ਤਸੱਲੀ ਤੋਂ ਸਿਵਾਏ ਕੁਝ ਨਹੀਂ ਮਿਲਦਾ, ਪਰ ਸੱਚ ਇਹ ਹੈ ਕਿ ਦੋਵਾਂ ਵਿੱਚ ਜਿਸ ਨੂੰ ਬੇਵਫਾਈ ਦੀ ਆਦਤ ਪੈ ਜਾਵੇ ਉਸ ਵੱਲੋਂ ਵਾਪਸ ਮੁੜਨਾ ਸਹਿਲ ਨਹੀਂ ਹੁੰਦਾ ਅਤੇ ਅੰਤ ਨੂੰ ਦੰਪਤੀ ਜੀਵਨ ਘੁੰਮਣ ਘੇਰੀ ਵਿੱਚ ਫਸ ਹੀ ਜਾਂਦਾ ਹੈ। ਪਤੀ ਦੇ ਮੁਕਾਬਲੇ ਪਤਨੀ ਲਈ ਵਾਪਸ ਮੁੜਨਾ ਵਧੇਰੇ ਮੁਸ਼ਕਲ ਹੁੰਦਾ ਹੈ। ਪਤਨੀਆਂ ਦੀ ਬੇਵਫਾਈ ਦਾ ਮੁੱਖ ਕਾਰਨ ਸਰੀਰਕ ਭੁੱਖ ਨਹੀਂ, ਮਾਨਸਿਕ ਅਤ੍ਰਿਪਤੀ ਹੁੰਦਾ ਹੈ। ਅਸੰਤੁਸ਼ਟ ਪਤਨੀਆਂ ਵਿੱਚ ਸਨੇਹ, ਹਮਦਰਦੀ, ਪਿਆਰ, ਰੋਮਾਂਸ ਅਤੇ ਤੋਹਫੇ ਪ੍ਰਾਪਤ ਕਰਨ ਦੀ ਇੱਛਾ ਉਹਨਾਂ ਨੂੰ ਦੂਜੇ ਪੁਰਸ਼ਾਂ ਦੇ ਗੂੜ੍ਹੇ ਸੰਪਰਕ ਵਿੱਚ ਲਿਆਉਂਦੀ ਹੈ। ਆਮ ਹਾਲਤਾਂ ਵਿੱਚ ਸਰੀਰਕ ਖੁੱਲ੍ਹ ਦੀ ਮੰਗ ਪੁਰਸ਼ ਕਰਦਾ ਹੈ ਅਤੇ ਉਹ ਹੀਲੇ ਬਹੀਲੇ ਔਰਤ ਤੋਂ ਹਾਂ ਕਰਵਾ ਲੈਂਦਾ ਹੈ ਅਤੇ ਸਰੀਰਕ ਸੰਬੰਧਾਂ ਦਾ ਇੱਕ ਅਜਿਹਾ ਗੇੜ ਚੱਲਦਾ ਹੈ ਕਿ ਸਨੇਹ, ਹਮਦਰਦੀ ਆਦਿ ਭਾਵਨਾ ਤਾਂ ਹਵਾ ਵਿੱਚ ਉੱਡ ਜਾਂਦੀ ਹੈ ਅਤੇ ਸਾਰਾ ਕਾਰਜ ਮਕਾਨਕੀ ਬਣ ਕੇ ਰਹਿ ਜਾਂਦਾ ਹੈ ਅਤੇ ਦੋਵੇਂ ਜਲਦੀ ਹੀ ਇੱਕ ਦੂਜੇ ਤੋਂ ਉਪਰਾਮ ਹੋਣ ਲੱਗ ਪੈਂਦੇ ਹਨ। ਸਮੇਂ ਦੇ ਬੀਤਣ ਨਾਲ ਦਿਲਚਸਪੀ ਅਤੇ ਉਤਸੁਕਤਾ ਨੀਰਸਤਾ ਅਤੇ ਥਕਾਵਟ ਵਿੱਚ ਬਦਲ ਜਾਂਦੀ ਹੈ, ਜਿਸ ਕਾਰਨ ਦੋਵੇਂ ਧਿਰਾਂ ਸਾਥੀ ਲੱਭਦੀਆਂ ਹਨ। ਕਈ ਪਤਨੀਆਂ ਇਸ ਕਰਕੇ ਬੇਵਫਾ ਹੋ ਨਿਬੜਦੀਆਂ ਹਨ ਕਿਉਂਕਿ ਉਹਨਾਂ ਦੇ ਬਾਵਜੂਦ ਪਤੀਆਂ ਵੱਲੋਂ ਉਹਨਾਂ ਨੂੰ ਨਾ ਤਾਂ ਸੰਭਾਵਿਤ ਪਿਆਰ ਮਿਲਦਾ ਹੈ, ਨਾ ਹੀ ਪਹਿਲਾਂ ਕਿਆਸੀ ਹੋਈ ਮਾਨਤਾ। ਇਵੇਂ ਬੇਵਫਾਈ ਨੂੰ ਪਤਨੀ ਵੱਲੋਂ ਕੁਝ ਗਵਾਚੇ ਨੂੰ ਪ੍ਰਾਪਤ ਕਰਨ ਦੀ ਭਟਕਣ ਵੀ ਕਿਹਾ ਜਾ ਸਕਦਾ ਹੈ। ਮਰਦ ਦੇ ਉਲਟ ਔਰਤ ਪਤਨੀ ਦੇ ਰੂਪ ਵਿੱਚ ਕਿਸੇ ਦੂਜੇ ਮਰਦ ਉੱਤੇ ਝੱਟ ਨਹੀਂ ਪਸੀਜਦੀ, ਪਰ ਜੇ ਪਸੀਜ ਜਾਏ ਤਾਂ ਆਪਣੇ ਪਤੀ ਉੱਤੇ ਅਨੇਕਾਂ ਦੋਸ਼ ਲਾ ਕੇ ਉਹ ਆਪਣੇ ਵਰਤਾਰੇ ਨੂੰ ਜਾਇਜ਼ ਠਹਿਰਾਉਂਦੀ ਹੈ ਅਤੇ ਪੁਰਸ਼ ਵੱਲੋਂ ਅਜਿਹੀ ਇਸਤਰੀ ਤੋਂ ਖਹਿੜਾ ਛਡਾਉਣਾ ਸੌਖਾ ਨਹੀਂ ਹੁੰਦਾ। ਦੰਪਤੀ ਜੀਵਨ ਦੀਆਂ ਬੰਦਸ਼ਾਂ ਨੂੰ ਆਪਣੇ ਅਨੁਕੂਲ ਨਾ ਅਨੁਭਵ ਕਰਕੇ ਕਈ ਪਤਨੀਆਂ ਵਿਆਹ ਤੋਂ ਪਹਿਲਾਂ ਵਾਲੇ ਪਿਆਰ ਨੂੰ ਪਾਲਦੀਆਂ ਹਨ ਅਤੇ ਇਵੇਂ ਦੰਪਤੀ ਜੀਵਨ ਤੋਂ ਬਾਹਰ ਆਪਣੀ ਮਾਨਸਿਕ ਅਤੇ ਭਾਵੁਕ ਤਸੱਲੀ ਦਾ ਉਹ ਇੱਕ ਹੋਰ ਆਧਾਰ ਸਥਾਪਿਤ ਕਰਦੀਆਂ ਹਨ। ਇੱਕ ਬੇਵਫਾ ਪਤਨੀ ਨੂੰ ਕੋਈ ਭੁਲੇਖਾ ਨਹੀਂ ਹੁੰਦਾ ਕਿ ਪਤਾ ਲੱਗਣ 'ਤੇ ਉਸ ਨਾਲ ਕੀ ਵਰਤਾਰਾ ਕੀਤਾ ਜਾਵੇਗਾ, ਪਰ ਉਹ ਇਸ ਭਰਮ ਦਾ ਸ਼ਿਕਾਰ ਹੁੰਦੀ ਹੈ ਕਿ ਪਤਾ ਲੱਗੇਗਾ ਹੀ ਨਹੀਂ। ਪਤੀ ਅਤੇ ਪਤਨੀ ਦੋਵਾਂ ਵਿੱਚ ਬੇਵਫਾਈ ਦੀ ਭਾਵਨਾ ਆਮ ਕਰਕੇ 40 ਕੁ ਸਾਲ ਦੀ ਉਮਰ ਤੱਕ ਰਹਿੰਦੀ ਹੈ। ਇਸ ਮਗਰੋਂ ਅਨੇਕਾਂ ਕਾਰਨਾਂ ਕਰਕੇ ਮੁਹਾਰਾਂ ਘਰ ਵੱਲ ਅਤੇ ਇੱਕ ਦੂਜੇ ਵੱਲ ਹੀ ਮੁੜਦੀਆਂ ਹਨ। ਅਜੋਕੇ ਸਮੇਂ ਵਿੱਚ ਗਰਭ ਰੋਕੂ ਵਿਧੀਆਂ ਦੇ ਪ੍ਰਚਲਿਤ ਹੋਣ ਅਤੇ ਮੋਬਾਈਲ ਅਤੇ ਇੰਟਰਨੈਟ ਰਾਹੀਂ ਮੇਲ ਜੋਲ ਰੱਖਣ ਦੀਆਂ ਸਹੂਲਤਾਂ ਵੀ ਇਸਤਰੀ ਪੁਰਸ਼ ਸੰਬੰਧਾਂ ਵਿੱਚ ਨਵੇਂ ਪ੍ਰਯੋਗ ਕਰਨ ਦੀ ਰੁਚੀ ਨੂੰ ਵਧਾ ਰਹੀਆਂ ਹਨ। ਇਹ ਸਪਸ਼ਟ ਸਮਝ ਲੈਣਾ ਚਾਹੀਦਾ ਹੈ ਕਿ ਦੰਪਤੀ ਜੀਵਨ ਦੀ ਉਪਰਾਮਤਾ ਹੀ ਪਤੀ ਪਤਨੀ ਦੋਵਾਂ ਵਿੱਚ ਬੇਵਫਾਈ ਦਾ ਪਹਿਲਾ ਕਾਰਨ ਬਣਦੀ ਹੈ।
ਅਜਿਹੀ ਸਥਿਤੀ ਵਿੱਚ ਬੇਵਫਾਈ ਬਹੁਤਾ ਚਿਰ ਹੰਢਾਈ ਨਹੀਂ ਜਾ ਸਕਦੀ, ਪਰ ਬੇਵਫਾਈ ਤੋਂ ਉਪਜੀਆਂ ਦੰਪਤੀ ਜੀਵਨ ਵਿੱਚ ਤਰੇੜਾਂ ਸਦੀਵੀ ਹੁੰਦੀਆਂ ਹਨ। ਪਤਨੀਆਂ ਵੱਲੋਂ ਬੇਵਫਾਈ ਦੀਆਂ ਘਟਨਾਵਾਂ ਪਤੀਆਂ ਵੱਲੋਂ ਬੇਵਫਾਈ ਦੀਆਂ ਘਟਨਾਵਾਂ ਦੇ ਮੁਕਾਬਲੇ ਥੋੜ੍ਹੀਆਂ ਹੁੰਦੀਆਂ ਹਨ, ਪਰ ਇਹਨਾਂ ਦੀ ਗਿਣਤੀ ਨਿਰਸੰਦੇਹ ਵੱਧ ਰਹੀ ਹੈ ਅਤੇ ਇਹ ਸਥਿਤੀ ਦੰਪਤੀ ਜੀਵਨ ਦੀ ਸੰਸਥਾ ਲਈ ਇੱਕ ਬੜੀ ਗੰਭੀਰ ਧਮਕੀ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ। ਸੋ ਦੋਸਤੋ, ਇਹਦੇ ਨਾਲ ਹੀ ਆਪਣਾ ਇਹ ਲੇਖ ਵੀ ਖਤਮ ਹੋ ਜਾਂਦਾ ਹੈ। ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।